Shri Nanak Pad Pankaj Bandhan Pad Pankaj Bandhan Simaro Angad Dokh Nikandana Amar Das Gur Hriday Tyaago Hriday Tyaago Ramdas Gun Gaavo Shri Arjan Vignan Ke Nashak Vignan Ke Nashak Har Gobind Sop Samat Prakashak Shri Har Rai Namo Kar Jori Namo Kar Jori Gaur Har Krishna Manai Bihori Ved Bahadur Param Kirpala Param Kirpala Shri Guru Gobind Singh Visala Taro Tara Par Puna Puna Sisa Puna Puna Sisa Vanda Par Par Jagadisa Visman Amrit Gyan Hai Manak Bhagt Virag Guru Granth Sahib Odat Bandha Kar Aparaad Sri Guru Sabad Kamaye Jinna Jite Panch Vikar Tin Santan Ka Vandana Sri Charan Partar Ekam Kara Satguru Tehi Prasad Sach Hoye Vaheguru Ji Ki Fateh Vighn Vinasan Soye Vaheguru Ji Ki Fateh Vighn Vinasan Soye ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਗੁਰਮਤਿ ਰਾਸਤੀਆਂ ਕਥਾ ਵਿਚਾਰਾਂ ਚੱਲ ਰਹੀਆਂ ਨੇ ਉਹਨਾਂ ਦਾ ਸਮਾਂ ਹੋਇਆ ਹੈ ਆਓ ਵਿਚਾਰਾਂ ਦੀ ਸਮਝ ਪਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਪੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਸੰਤਲਾ ਦੀਪ ਦੇਸ਼ ਦੇ ਅੰਦਰ ਜੋ ਸਤਾਵਨ ਨਗਰ ਹੈ ਉਥੋਂ ਦੇ ਰਾਜੇ ਸ਼ਿਵਨਾਮ ਮਹਾਰਾਜ ਜੀਆਂ ਨੇ ਕਸ਼ਟ ਯੋਗ ਅਤੇ ਭਗਤ ਯੋਗ ਬਾਰੇ ਸਮਝਾਇਆ ਹੈ ਕਿ ਇਹਨਾਂ ਦੀ ਸਾਧਨਾ ਕਰਕੇ ਰਾਜਾ ਸ਼ਿਵਨਾਮ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ ਅਤੇ ਜਨਮ ਮਰਨ ਦੇ ਜੋ ਕਲੇਸ਼ ਹਨ ਬੰਧਨ ਹਨ ਉਹ ਸਾਰੇ ਹੀ ਨਾਸ਼ ਹੋ ਜਾਂਦੇ ਨੇ ਸਤਿਗੁਰਾਂ ਨੇ ਇਸੇ ਪ੍ਰਕਾਰ ਉੱਥੇ ਰਹਿ ਕਰਕੇ ਉਪਦੇਸ਼ ਦਿੱਤਾ ਹੈ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕਰਕੇ ਰਾਜਾ ਬਹੁਤ ਪ੍ਰਸੰਨ ਹੋਇਆ ਸਤਿਗੁਰਾਂ ਦੇ ਚਰਨ ਪਰਸਨੇ ਕੀਤੇ ਕਹਿਣ ਲੱਗਾ ਕਿ ਮਹਾਰਾਜ ਆਪ ਜੀ ਕੋਹਾਂ ਦੂਰ ਤੋਂ ਪੰਜਾਬ ਤੋਂ ਛੱਡ ਕੇ ਮੇਰੇ ਦੇਸ਼ ਆਏ ਹੋ ਮੈਨੂੰ ਉਪਦੇਸ਼ ਦੇਣ ਵਾਸਤੇ ਮੇਰੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਹੁਣ ਕਿਰਪਾ
ਕਿਰਪਾ ਕਰੋ ਮੇਰੇ ਕੋਲ ਇੱਥੇ ਹੀ ਰਹਿਣਾ ਕਰੋ। ਮੈਂ ਆਪ ਜੀਆਂ ਦੀ ਸੇਵਾ ਕਰਕੇ ਪ੍ਰਸੰਨ ਹੋਇਆ ਕਰਾਂਗਾ, ਮੈਨੂੰ ਖੁਸ਼ੀ ਪ੍ਰਾਪਤ ਹੋਵੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਰਾਜਾ ਸ਼ਰਨਾਮ ਸਾਨੂੰ ਹੋਰ ਵੀ ਬੜੇ ਕਾਰਜ ਹਨ, ਹੋਰ ਵੀ ਦੇਸ਼ਾਂ ਵਿਦੇਸ਼ਾਂ ਅੰਦਰ ਵਿਚਰਨਾ ਹੈ। ਸਤਿਗੁਰਾਂ ਤੋਂ ਯੋਗ ਅਪਣਾਉਣ ਦੀ ਇੱਛਾ ਰੱਖਦਾ ਹੈ। ਮਹਾਰਾਜ ਜੋ ਕਸ਼ਟ ਯੋਗ ਅਤੇ ਭਗਤ ਯੋਗ ਹੈ, ਮੈਂ ਇਹਨਾਂ ਦੋਹਾਂ ਦੇ ਵਿੱਚ ਪਰਪੱਕ ਹੋ ਜਾਵਾਂ, ਮੇਰੇ ਉੱਪਰ ਐਸੀ ਕਿਰਪਾ ਕਰੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ 113 ਅਧਿਆਇਆਂ ਵਾਲਾ ਜੋ ਸੰਗਲਾ ਪੁਰਾਣ ਗ੍ਰੰਥ ਹੈ, ਉਸ ਨੂੰ ਸਾਜ ਕਰਕੇ ਉਸ ਨੂੰ ਦੇਣਾ ਕੀਤਾ ਹੈ, ਭੇਟਾ ਕੀਤਾ ਹੈ ਤੇ ਕਿਹਾ ਹੈ, ਜਦੋਂ ਵੀ ਪੰਜਾਬ ਦੇਸ਼ ਤੋਂ ਸਾਡਾ ਕੋਈ ਸਿੱਖ ਆਵੇ, ਸ਼ਰਧਾਲੂ ਆਵੇ, ਤੇਰੇ ਕੋਲ ਆ ਕੇ ਇਹ ਗ੍ਰੰਥ ਦੀ ਮੰਗ ਕਰੇ ਤੇ ਉਸ ਨੂੰ ਦੇ ਦੇ। ਇਸੇ ਪ੍ਰਕਾਰ ਮਹਾਰਾਜ ਰਾਜੇ ਸ਼ਿਵਨਾਥ ਨੂੰ ਖੁਸ਼ੀਆਂ ਵੰਡਦੇ ਹੋਏ ਸਤਿਗੁਰਾਂ ਨੇ ਚਾਲਾ ਪੜਿਆ ਹੈ। ਭਾਈ ਬਾਲਾ ਜੀ ਕਹਿੰਦੇ, ਭਾਈ ਬਾਲਾ ਅਤੇ ਭਾਈ ਮਰਦਾਨਾ ਅਸੀਂ ਵੀ ਨਾਲ ਹਾਂ। ਮੂਹਰੇ ਮੂਹਰੇ ਸਤਿਗੁਰੂ ਜੀ ਤੁਰ ਰਹੇ ਨੇ, ਪਿੱਛੇ ਪਿੱਛੇ ਅਸੀਂ ਚੱਲ ਰਹੇ ਹਾਂ। ਇੱਦਾਂ ਹੀ ਸਮਾਂ ਬਤੀਤ ਹੁੰਦਾ ਗਿਆ, ਰਸਤੇ ਲੰਘਦੇ ਗਏ। ਅੱਗੇ ਜਾ ਕਰਕੇ ਇੱਕ ਬੜਾ ਸੁੰਦਰ ਸ਼ਹਿਰ ਆਇਆ ਹੈ, ਜਿਹਦੇ ਸੁੰਦਰ ਰਸਤੇ ਨੇ, ਸੁੰਦਰ ਬਾਜ਼ਾਰ, ਸੁੰਦਰ ਹੱਟੀਆਂ। ਉਸ ਦੇਸ਼ ਦੇ ਅੰਦਰ ਜਾ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈ ਭਾਈ ਮਰਦਾਨੇ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜਲ ਦੀ ਬੜੀ ਪਿਆਸ ਲੱਗੀ ਹੈ। ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਜਿਹੜਾ ਮੂੰਹ ਹੈ ਉਹ ਸੁੱਕਣਾ ਸ਼ੁਰੂ ਹੋ ਗਿਆ ਹੈ। ਕਿਰਪਾ ਕਰਕੇ ਆਪ ਜੀ ਮੈਨੂੰ ਆਗਿਆ ਬਖਸ਼ੋ, ਆਪ ਜੀ ਇੱਦਾਂ ਹੀ ਤੁਰੇ ਜਾਓ। ਮੈਂ ਛੇਤੀ ਦੇ ਨਾਲ ਇੱਥੋਂ ਕਿਤੋਂ ਜਲ ਮੰਗ ਕੇ ਛਕ ਲਵਾਂਗਾ ਤੇ ਆਪ ਜੀਆਂ ਦੇ ਨਾਲ ਦੌੜ ਕੇ ਰਲ ਜਾਵਾਂ। ਭਾਈ ਮਰਦਾਨਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤੋਂ ਆਗਿਆ ਲੈ ਕਰਕੇ ਇੱਕ ਘਰ ਦੇ ਅੰਦਰ ਜਾਂਦੇ ਨੇ, ਆਵਾਜ਼ ਮਾਰਦੇ ਨੇ, ਜਲ ਛਕਣ ਦੀ ਇੱਛਾ ਪ੍ਰਗਟ ਕਰਦੇ ਨੇ। ਉਸ ਘਰ ਦੇ ਅੰਦਰ ਜੋ ਔਰਤ ਹੁੰਦੀ ਹੈ ਕਹਿਣ ਲੱਗੀ ਕਿ ਇਹ ਪਰਦੇਸੀ ਬੜੀ ਦੂਰੋਂ ਆਇਆ ਹੈ, ਅੰਦਰ ਆ ਕਰਕੇ ਬੈਠਣਾ ਕਰ, ਜਲ ਛਕਣਾ ਕਰ। ਭਾਈ ਮਰਦਾਨਾ ਜੀ ਅੰਦਰ ਘਰ ਦੇ ਜਾਂਦੇ ਨੇ, ਘਰ ਦੇ ਅੰਦਰ ਜੋ ਮੰਜੀ ਗਈ ਹੁੰਦੀ ਹੈ ਉਹਦੇ ਉੱਪਰ ਜਾ ਕਰਕੇ ਬਿਰਾਜਦੇ ਨੇ। ਭਾਈ ਮਰਦਾਨੇ ਦੇ ਨਾਲ ਬੜੀਆਂ ਚੰਗੀਆਂ ਗੱਲਾਂ ਕਰਨ ਲੱਗਦੀ ਹੈ। ਉਹ ਔਰਤ ਕਹਿਣ ਲੱਗਦੀ ਹੈ, ਆਪ ਜੀਆਂ ਦੀ ਜੋ ਬੋਲੀ ਹੈ, ਲਿਬਾਸ ਹੈ, ਉਹ ਸਾਡੇ ਦੇਸ਼ ਵਾਲਾ ਨਹੀਂ, ਆਪ ਜੀ ਕਿਤੋਂ ਦੂਰੋਂ ਆਏ ਹੋ। ਆਪ ਜੀ ਕਿੱਥੋਂ ਆਏ ਹੋ, ਆਪ ਜੀਆਂ ਦਾ ਨਾਮ ਕੀ ਹੈ, ਦੱਸਣਾ ਕਰੋ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੇਰਾ ਨਾਮ ਮਰਦਾਨਾ ਹੈ, ਪੰਜਾਬ ਮੇਰਾ ਦੇਸ਼ ਹੈ, ਬੜੀ ਦੂਰੋਂ ਆਏ ਤੇ ਦੇਸ਼ਾਂ ਵਿਦੇਸ਼ਾਂ ਨੂੰ ਵੇਖਣ ਦੀ, ਦੇਸ਼ਾਂ ਵਿਦੇਸ਼ਾਂ ਅੰਦਰ ਵਿਚਰਨ ਦੀ ਇੱਛਾ ਲੈ ਕਰਕੇ ਮੈਂ ਆਪ ਜੀਆਂ ਦੇ ਨਗਰਾਂ ਅੰਦਰ ਵਿਚਰ ਰਿਹਾ ਹਾਂ। ਕਵੀ ਜੀ ਕਹਿੰਦੇ ਨੇ ਕਿ ਪਾਣੀ ਦੇਣ ਦੇ ਬਹਾਨੇ ਭਾਈ ਮਰਦਾਨੇ ਦੇ ਗਲ ਦੇ ਅੰਦਰ ਜੰਤਰਾਂ ਮੰਤਰਾਂ ਦੇ ਨਾਲ ਬੰਨਿਆ ਹੋਇਆ ਇੱਕ ਧਾਗਾ, ਉਸ ਨੂੰ ਭਾਈ ਮਰਦਾਨੇ ਦੇ ਗਲ ਅੰਦਰ ਪਾਇਆ ਹੈ ਤੇ ਭਾਈ ਮਰਦਾਨੇ ਦਾ ਜੋ ਸੁੰਦਰ ਰੂਪ ਹੈ ਉਹ ਰੂਪ ਵਿੱਚ ਬਦਲ ਚੁੱਕਾ ਹੈ। ਭਾਈ ਮਰਦਾਨੇ ਦੀ ਜੋ ਬੋਲਣ ਵਾਲੀ ਅੱਖਾਂ ਵਾਂਗ ਸ਼ਕਤੀ ਹੈ ਜਾਂ ਮਾਰਨ ਦੀ, ਇਹ ਸਾਰੀ ਗਾਇਬ ਹੋ ਗਈ ਹੈ। ਨਾ ਤਾਂ ਭਾਈ ਮਰਦਾਨਾ ਸ਼ੁੱਧ ਆਵਾਜ਼ ਵਿੱਚ ਬੋਲ ਸਕਦੇ ਨੇ ਤੇ ਆਪਣੇ ਆਪ ਨੂੰ ਵੇਖ ਕਰਕੇ ਝੂਲ ਰਹੇ ਨੇ। ਉਸ ਨੇ ਲਿਜਾ ਕਰਕੇ ਭਾਈ ਮਰਦਾਨੇ ਨੂੰ ਇੱਕ ਕਿੱਲੇ ਦੇ ਨਾਲ ਬੰਨ੍ਹਵਾਈ ਕੀਤਾ ਹੈ, ਜਿੱਥੇ ਭਾਈ ਮਰਦਾਨੇ ਨੂੰ ਬਿਠਾ ਦਿੱਤਾ ਹੈ ਜਾਦੂ ਦੇ ਨਾਲ। ਉੱਥੇ ਹੀ ਭਾਈ ਮਰਦਾਨਾ ਬੈਠਾ ਹੈ ਅਤੇ ਆਪ ਉਸ ਨੇ ਘੜਾ ਚੱਕਿਆ ਹੈ ਜਿਸ ਰਸਤੇ ਵਿੱਚ ਖੂਹ ਹੈ। ਖੂਹ ਦੇ ਰਸਤੇ ਜਲ ਲੈਣ ਵਾਸਤੇ ਚੱਲੀ ਹੈ। ਭਾਈ ਮਰਦਾਨੇ ਨੂੰ ਵੇਖ ਵੇਖ ਕੇ ਹੱਸਦੀ ਹੈ। ਇਸੇ ਪ੍ਰਕਾਰ ਜੋ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ, ਆਓ ਜੋ ਆਉਣ ਵਾਲਾ ਗੁਰ ਇਤਿਹਾਸ ਹੈ, ਸ਼ਰਧਾ ਭਾਵਨਾ ਦੇ ਨਾਲ ਆਪਾਂ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਬਾਲਾ ਕਹੈ ਸੁਣ ਅੰਗਦ ਜੀ। ਭਾਈ ਬਾਲਾ ਜੀ ਕਹਿਣ ਲੱਗੇ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਆਉਣ ਵਾਲਾ ਗੁਰ ਇਤਿਹਾਸ ਹੈ, ਇਸ ਪ੍ਰਕਾਰ ਸਰਵਣ ਕਰੋ। ਗੁਰਬਾਹਰ ਬੈਸ ਰਹੇ ਜਗ ਸੁਆਮੀ। ਮੈਂ ਅਤੇ ਮੇਰੇ ਮਾਲਕ ਗੁਰੂ ਨਾਨਕ ਅਸੀਂ ਉਸ ਨਗਰ ਤੋਂ ਬਾਹਰ ਇਕਾਂਤ ਜਗ੍ਹਾ ਵਿੱਚ ਬੈਠੇ
ਸਾਂ। ਏਕ ਮੁਹੂਰਤ ਬੀਤ ਗਇਓ। ਜਦੋਂ ਇਸ ਪ੍ਰਕਾਰ ਭਾਈ ਮਰਦਾਨੇ ਨੂੰ ਦਇਆ ਇੱਕ ਘੜੀ ਬਤੀਤ ਹੋ ਗਈ ਹੈ। ਵਿਦ ਜਾਨਤ ਭੇਦ ਬ ਅੰਤਰਜਾਮੀ। ਅੰਤਰਜਾਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਾਣ ਲਿਆ ਹੈ ਕਿ ਸਾਡਾ ਜੋ ਸਿੱਖ ਭਾਈ ਮਰਦਾਨਾ ਹੈ ਜ਼ਰੂਰ ਕਿਸੇ ਮੁਸ਼ਕਲ ਵਿੱਚ ਹੋਵੇਗਾ। ਬੈਨ ਅਨੇ ਗੁਣ ਐਨ ਪ੍ਰਭੂ। ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀਆਂ ਨੇ ਪਵਿੱਤਰ ਮੁਖ ਤੋਂ ਕਹਿਣਾ ਕੀਤਾ ਹੈ ਮਰਦਾਨਾ ਨਾ ਆਇਓ ਰਹਿਓ ਕਹਿ ਕਾਮੀ। ਕਿ ਭਾਈ ਬਾਲਾ ਜੀ ਮਰਦਾਨਾ ਆਇਆ ਨਹੀਂ, ਖੌਰੇ ਕਿਸ ਕੰਮ ਲੱਗ ਗਿਆ ਹੈ। ਗਿਆ ਤਾਂ ਜਬ ਸ਼ਕਨ ਸੀ ਬਹੁਤੀ ਦੇਰ ਹੋਈ ਹੈ। ਕੋਈ ਕਿਤੋਂ ਅਗਲੀ ਬਿਰਤਾ ਸੰਗ। ਕਿਤੇ ਪਹਿਲਾਂ ਵਾਂਗ ਕਿਸੇ ਨੇ ਜੰਤਰਾਂ ਮੰਤਰਾਂ ਦੇ ਨਾਲ ਉਸ ਨੂੰ ਵਸ ਵਿੱਚ ਤਾਂ ਨਹੀਂ ਕਰ ਲਿਆ। ਐ ਨਗਰੀ ਸਗਰੀ ਇਹ ਕਾਮੀ। ਇਹ ਜਿਹੜੀ ਸਾਰੀ ਨਗਰੀ ਹੈ, ਨਗਰੀ ਦੇ ਲੋਕ ਬੜੇ ਭੈੜੇ ਨੇ। ਇਹ ਵੀ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਬਹੁਤਾ ਵਿਸ਼ਵਾਸ ਕਰਦੇ ਹਨ। ਨਿਗਰੇ ਨਰ ਮੂਰਖ ਸੇ ਲਪਾਏ। ਇੱਥੋਂ ਦੇ ਜਿਹੜੇ ਲੋਕ ਨੇ ਨਾ, ਜਿਹੜੇ ਨਾਰ ਪੁਰਸ਼ ਨੇ, ਉਹ ਨਿਗਰੇ ਹਨ, ਉਹ ਗੁਰੂ ਵਾਲੇ ਨਹੀਂ, ਧਰਮੀ ਨਹੀਂ। ਉਹਨਾਂ ਦੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ ਪਾਇਆ ਜਾਂਦਾ। ਬਹੁਤ ਯੋਗਤਾ ਜੋਰ ਸੁਸ਼ੀਲ ਬਹੀਨਾ। ਇਸ ਇਲਾਕੇ ਦੇ ਵਿੱਚ ਪੁਰਸ਼ਾਂ ਦੇ ਨਾਲੋਂ ਵੱਧ ਜ਼ੋਰ ਇੱਥੇ ਬੀਬੀਆਂ ਦਾ, ਔਰਤਾਂ ਦਾ ਚੱਲਦਾ ਹੈ। ਪਰਜਾਪਤ ਰਾਗ ਸੁਨਾਪਤ ਥੋ ਬਹਿ ਸਾਬਤ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨਾ ਸਾਡਾ ਇੱਕ ਚੰਗਾ ਗੁਰਸਿੱਖ ਹੈ, ਜੋ ਸਾਨੂੰ ਬੜੀ ਇੱਛਾ ਦੇ ਨਾਲ, ਬੜੀ ਰੀਝ ਦੇ ਨਾਲ, ਪ੍ਰੇਮ ਦੇ ਨਾਲ ਰਬਾਬ ਵਜਾ ਕੇ ਸੁਣਾਉਂਦਾ ਰਿਹਾ ਹੈ। ਸੋ ਗਿਨ ਬੰਧਨ ਕੀਨਾ। ਤੇ ਫਿਰ ਸਾਡੇ ਗੁਰਸਿੱਖ ਨੂੰ ਕਿਸਨੇ ਬੰਨ ਲਿਆ ਹੈ, ਜੋ ਬਹੁਤਾ ਹੀ ਭੋਲਾ ਹੈ। ਚਲੇ ਸੌਦ ਲਿਹੋ ਅਬੈ ਕਿਸਕੀ। ਚੱਲ ਭਾਈ ਬਾਲਾ ਆਪਾਂ ਚੱਲੀਏ ਨਗਰ ਦੇ ਵਿੱਚ ਜਾ ਕਰਕੇ ਭਾਈ ਮਰਦਾਨੇ ਦੀ ਖਬਰ ਲਈਏ ਜੀ। ਭਾਗ ਕਤੇ ਨਾ ਪਿਖੇ ਦੁਖ ਦੀਨਾ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਅਸੀਂ ਆਪਣੇ ਗੁਰਸਿੱਖਾਂ ਨੂੰ ਦੁੱਖ ਵਿੱਚ ਨਹੀਂ ਵੇਖ ਸਕਦੇ। ਜਿਸ ਵਾਸ ਹੋ ਤੋ ਤਿਸ ਜਾਤ ਰਖਿਆ। ਜਿਸ ਰਸਤੇ ਭਾਈ ਮਰਦਾਨਾ ਜੀ ਬੰਨੇ ਹੋਏ ਸਨ ਘਰ ਦੇ ਅੰਦਰ, ਉਸੇ ਹੀ ਰਸਤੇ ਗੁਰੂ ਨਾਨਕ ਦੇਵ ਜੀ ਤੁਰੇ ਹਨ। ਕੀਏ ਸੋ ਮਿਲੀ ਸਿਰ ਪੈ ਘਟ ਲੀਨਾ। ਤੇ ਉਹ ਔਰਤ ਜਿਸ ਦੇ ਘਰ ਅੰਦਰ ਭਾਈ ਮਰਦਾਨਾ ਜੀ ਵੱਜੇ ਹੋਏ ਨੇ, ਉਹ ਔਰਤ ਸਿਰ ਦੇ ਉੱਪਰ ਪਾਣੀ ਦਾ ਭਰਿਆ ਘੜਾ ਚੱਕਿਆ ਹੈ। ਸਤਿਗੁਰਾਂ ਨੂੰ ਉਸ ਰਸਤੇ ਦੇ ਵਿੱਚ ਮਿਲੀ ਹੈ। ਸ੍ਰੀ ਗੁਰੂ ਨਿਹਾਰ ਬੁੱਧੀ ਬਚਨ ਉਚਾਰ ਸੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਉਂਦੀ ਹੋਈ ਔਰਤ ਨੂੰ ਵੇਖ ਕਰਕੇ ਪੁੱਛਿਆ ਹੈ, ਮਾਨਵ ਹਮਾਰੇ ਇੱਕ ਆਇਓ ਇਹ ਖਾਨ ਕੋ। ਕਿ ਸਾਡਾ ਇੱਕ ਨਾਲ ਦਾ ਮਨੁੱਖ, ਸਾਡੇ ਨਾਲ ਦਾ ਇੱਕ ਪੁਰਸ਼ ਇਸ ਰਸਤੇ ਜਲ ਛਕਣ ਵਾਸਤੇ ਆਇਆ ਹੈ। ਮਨ ਕੇ ਨਾ ਗਇਓ ਕੌਣ ਜਾਣੇ ਕਹਾਂ ਭਾਇਓ। ਇਸ ਰਸਤੇ ਆਇਆ ਹੈ ਪਰ ਮੁੜ ਕੇ ਨਹੀਂ ਗਿਆ, ਅਸੀਂ ਨਹੀਂ ਜਾਣਦੇ ਉਹਦੇ ਨਾਲ ਕੀ ਵਰਤਾਰਾ ਵਰਤਿਆ ਹੈ। ਨਹੀਂ ਕਾਜ ਨਹੀਂ ਕਛੂ ਖੇਤ ਆਇਓ ਪਾਣੀ ਪਾਨ ਕੋ। ਹੋਰ ਤਾਂ ਉਹਨੂੰ ਕੋਈ ਕੰਮ ਨਹੀਂ ਸੀ ਜਿਹੜੀ ਉਸ ਨੂੰ ਦੇਰ ਲੱਗ ਜਾਵੇ, ਉਹ ਤਾਂ ਸਿਰਫ ਜਲ ਛਕਣ ਵਾਸਤੇ ਆਇਆ ਸੀ। ਕੀਆ ਕਹੇ ਬੈਨ ਇਹਾਂ ਨਰ ਕੋ ਹੈ ਨਾ ਤਬ। ਔਰਤ ਕਹਿਣ ਲੱਗੀ, ਜੀ ਇਸ ਰਸਤੇ ਮੈਂ ਤਾਂ ਕਿਸੇ ਵੀ ਮਰਦ ਨੂੰ ਆਉਂਦਿਆਂ ਨਹੀਂ ਵੇਖਿਆ, ਕਿਸੇ ਵੀ ਪੁਰਸ਼ ਨੂੰ ਨਹੀਂ ਵੇਖਿਆ। ਆਪ ਨਾ ਦੇਖਿਓ ਗਇਓ ਖਾਨ ਕਿਤ ਆਨ ਕੋ। ਉਹ ਕਿਸੇ ਹੋਰ ਰਸਤੇ ਚਲਿਆ ਗਿਆ ਹੋਵੇਗਾ, ਮੇਰੀਆਂ ਅੱਖਾਂ ਨੇ ਇਸ ਰਸਤੇ ਕਿਸੇ ਨੂੰ ਆਉਂਦੇ ਜਾਂਦੇ ਨਹੀਂ ਵੇਖਿਆ। ਆਗੇ ਜਾਈ ਮੇਰੋ ਪਰ ਰਹਿ ਨਹੀਂ ਕਹੂੰਦਾਰ। ਆਪ ਜੀ ਇਸ ਰਸਤੇ ਤੋਂ ਅੱਗੇ ਜਾ ਕੇ ਵੇਖਣਾ ਕਰੋ, ਅੱਗੇ ਵੀ ਸੁੰਦਰ ਗੁਜ਼ਾਰਾ ਹੈ, ਹੋ ਸਕਦਾ ਹੈ ਆਪ ਜੀਆਂ ਦਾ ਸਾਥੀ ਉੱਥੇ ਹੋਵੇ। ਇੱਥੇ ਤਾਂ ਮੈਨੂੰ ਕਿਤੇ ਵੀ ਕੋਈ ਨਜ਼ਰ ਨਹੀਂ ਆਇਆ। ਸੁਨੇ ਮਰਦਾਨੇ ਗੁਰਬੈਨ ਗਏ ਕਾਨ ਕੋ। ਤੇ ਜਦੋਂ ਗਲੀ ਦੇ ਵਿੱਚ ਖੜ ਕੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਉਸ ਔਰਤ ਨੂੰ ਪੁੱਛ ਰਹੇ, ਜਿਹਨਾਂ ਬਚਨ ਵਿਲਾਸ ਹੋ ਰਹੇ ਨੇ, ਤੇ ਨਾਲ ਹੀ ਗਲੀ ਦੇ ਘਰ ਦੇ ਅੰਦਰ ਭਾਈ ਮਰਦਾਨਾ ਜੀ ਵੱਜੇ ਹੋਏ ਨੇ ਬੰਧਨਾਂ ਦੇ ਵਿੱਚ। ਭਾਈ ਮਰਦਾਨੇ ਦੇ ਜਦੋਂ ਬੰਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਪਾਏ ਹਨ, ਮੰਦੂਰਾ ਬਾਸਨਾ ਬਸਾਬੇ ਫਸੈ ਕੋ। ਪਰ ਭਾਈ ਮਰਦਾਨੇ ਦਾ ਕੋਈ ਵੀ ਵਸ ਨਹੀਂ ਚੱਲਦਾ। ਸਤਿਗੁਰਾਂ ਦੇ ਬਚਨ ਤਾਂ ਸੁਣ ਰਹੇ ਨੇ ਕਿ ਮੇਰੇ ਮਾਲਕ
ਗੁਰੂ ਪਾਤਸ਼ਾਹ ਬਾਹਰ ਗਲੀ ਦੇ ਵਿੱਚ ਖੜੇ ਨੇ, ਪਰ ਭਾਈ ਮਰਦਾਨੇ ਦੀ ਆਵਾਜ਼ ਹੈ ਸਾਰੀ ਹੀ ਨਾਸ਼ ਹੋ ਚੁੱਕੀ ਹੈ। ਭਾਈ ਮਰਦਾਨੇ ਦੇ ਮੁਖ ਤੋਂ ਆਵਾਜ਼ ਵੀ ਨਹੀਂ ਨਿਕਲਦੀ। ਬਾਸ ਵਿਖੇ ਬੰਧਾਨ ਇਸ ਪ੍ਰਕਾਰ ਬੰਧਨਾਂ ਦੇ ਵਿੱਚ ਵੱਜਿਆ ਹੋਇਆ ਭਾਈ ਮਰਦਾਨਾ ਉਸ ਘਰ ਵਿੱਚ ਬੈਠਾ ਹੈ। ਭਈਆਂ ਭਈਆਂ ਪਨਗੇ ਸੁਣਾਵਾਈ ਆਵਾਜ਼ ਤਾਂ ਨਹੀਂ ਨਿਕਲਦੀ, ਭੈਂ ਭੈਂ ਦੀ ਆਵਾਜ਼ ਕੱਢ ਕਰਕੇ ਉੱਚੀ ਉੱਚੀ ਪੁਕਾਰਦਾ ਹੈ। ਭਗਤ ਵਚਲ ਕੇ ਕਾਨ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕੰਨਾਂ ਦੇ ਵਿੱਚ ਐਸੀ ਆਵਾਜ਼ ਭਾਈ ਮਰਦਾਨੇ ਦੀ ਜਦੋਂ ਪਈ ਹੈ। ਸਵਈਆ ਕਿਉਂ ਨਾ ਬਤਾਵੇ ਮਾਨਵ ਤੂੰ ਕਹਿਣ ਲੱਗੇ ਨੇ ਮਹਾਰਾਜ ਕਿ ਔਰਤ ਤੂੰ ਸਾਡੇ ਨਾਲ ਦੇ ਸਾਥੀ ਦੀ ਖਬਰ ਕਿਉਂ ਨਹੀਂ ਦੱਸਦੀ? ਮਕਬੂਲ ਕਹੇ ਕਰ ਅੰਤਰ ਜਾਤੀ ਤੂੰ ਮੁਖ ਤੋਂ ਝੂਠ ਬੋਲਦੀ ਹੈ ਕਿ ਮੈਂ ਇੱਥੇ ਕਿਸੇ ਨੂੰ ਨਹੀਂ ਦੇਖਿਆ, ਉਹ ਤੇਰੇ ਘਰ ਵਿੱਚ ਹੀ ਹੈ। ਇਹ ਥਾਨ ਸੁਣਿਓ ਹਮਕਾਨ ਇੱਥੇ ਹੀ ਨੇੜੇ ਕਿਸੇ ਘਰ ਦੇ ਵਿੱਚ ਸਾਡਾ ਸਾਥੀ ਹੈ, ਅਸੀਂ ਕੰਨਾਂ ਦੇ ਨਾਲ ਉਹਦੀ ਆਵਾਜ਼ ਸੁਣੀ ਹੈ। ਬਇਓ ਜਲ ਪਾਨ ਕੇ ਹੇਤ ਦਿਖਾਤੀ ਇਸ ਪ੍ਰਕਾਰ ਜਿਹੜਾ ਜਲ ਦਾ ਭਰਿਆ ਘੜਿਆ ਹੋਇਆ ਸੀ ਨਾ, ਉਹ ਔਰਤ ਬੋਲਣ ਲੱਗੀ ਹੈ। ਪਿਆ ਕਹੇ ਪ੍ਰਤੀਤ ਨਹੀਂ ਕਹਿਣ ਲੱਗੀ ਜੀ ਤੁਹਾਨੂੰ ਮੇਰੇ ਉੱਪਰ ਰਤੀ ਭਰ ਵੀ ਭਰੋਸਾ ਨਹੀਂ ਲੱਗਦਾ। ਪਰ ਅੰਤਰ ਹੀਰ ਲਵੋ ਭਲ ਭਾਂਤੀ ਜੇਕਰ ਮੇਰੇ ਤੇ ਯਕੀਨ ਨਹੀਂ ਤਾਂ ਇੱਥੇ ਕਿਸੇ ਵੀ ਘਰ ਦੇ ਅੰਦਰ ਵੇਖ ਲਵੋ ਜਾ ਕਰਕੇ, ਤੁਹਾਨੂੰ ਵਿਸ਼ਵਾਸ ਆਵੇਗਾ। ਬੀਜਨ ਕੇਤ ਉਤਰਾਇਓ ਨਹੀਂ ਤੇ ਕਿਸੇ ਵੀ ਘਰ ਦੇ ਅੰਦਰ ਤੁਹਾਡਾ ਸਾਥੀ ਤੁਹਾਨੂੰ ਨਹੀਂ ਮਿਲੇਗਾ ਜੀ। ਹਮ ਬੋਲਤ ਜਾਓ ਪ੍ਰਤੀਤ ਨਾ ਪਾਤੀ ਤੇ ਮੈਂ ਆਪ ਜੀਆਂ ਨੂੰ ਸੱਚ ਬੋਲ ਕੇ ਦੱਸ ਰਹੀ ਹਾਂ, ਆਪ ਜੀਆਂ ਨੂੰ ਮੇਰੇ ਤੇ ਪ੍ਰਤੀਤ ਭਰੋਸਾ ਕਿਉਂ ਨਹੀਂ ਆਉਂਦਾ? ਦੋਬਰਾ ਚੰਚਲ ਕੀਏ ਕੇ ਚਲਤ ਲੱਖ ਇਸ ਪ੍ਰਕਾਰ ਉਸ ਚੰਚਲ ਔਰਤ ਦੇ ਚਰਿੱਤਰ ਵੇਖ ਕਰਕੇ ਦਾਤ ਸੀਲ ਸਤ ਜੌਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਾਣਿਆ ਹੈ ਕਿ ਇਹ ਸਾਨੂੰ ਝੂਠ ਬੋਲ ਰਹੀ ਹੈ। ਇੱਕ ਸ਼ਲੋਕ ਕਹੇ ਕਮਲ ਮੁਖ ਤੇ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਆਪਣੇ ਮੁਖ ਤੋਂ ਇੱਕ ਸ਼ਲੋਕ ਕਿਹਾ ਹੈ। ਕਲਾ ਦਿਖਾਈ ਕੌਣ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉੱਥੇ ਇੱਕ ਕਰਾਮਾਤ ਵਿਖਾਈ ਹੈ ਜੀ। ਸ਼ਲੋਕ ਕਲਰ ਕੀਵਨ ਜਾਰੀਆਂ ਝੁੰਗੇ ਮੁਸਤਮਗੇਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਿਵੇਂ ਕਲਰ ਦੀ ਮਿੱਟੀ ਹੁੰਦੀ ਹੈ ਨਾ, ਜਿਸ ਖੇਤ ਵਿੱਚ ਕਲਰ ਹੋਵੇ ਭਾਵ ਉੱਥੇ ਕੋਈ ਫਸਲ ਜ਼ਮੀਨ ਨਹੀਂ ਹੋ ਸਕਦੀ, ਸਾਰੀ ਜ਼ਮੀਨ ਅਲੋਣੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹਨਾਂ ਔਰਤਾਂ ਨੇ ਜੋ ਚਰਿੱਤਰਾਂ ਵਾਲੀਆਂ ਔਰਤਾਂ ਨੇ ਆਪਣੀ ਝੋਲੀ ਵਿੱਚ ਪੰਨਿਆਂ ਦੇ ਵਿੱਚ ਉਹ ਕਲਰ ਦੀ ਮਿੱਟੀ ਬੰਨੀ ਹੋਈ ਹੈ, ਤੇ ਕਿੱਥੋਂ ਪਰਮੇਸ਼ਰ ਕੋਲੋਂ ਇਹ ਚੰਦਨ ਦੀ ਸੁਗੰਧੀ ਮੁਸ਼ਕਪੂਰ ਦੀ ਸੁਗੰਧੀ ਕਿੱਥੋਂ ਇਹ ਆਦਿਕ ਹੋਰ ਸੁਗੰਧੀਆਂ ਪ੍ਰਾਪਤ ਕਰਨਗੀਆਂ। ਅਮਲਾ ਬਾਜੂ ਨਾਨਕਾ ਕਿਉਂ ਕਰ ਕੰਦਮ ਲੈਨ ਮਹਾਰਾਜ ਕਹਿੰਦੇ ਅਮਲਾ ਬਾਜੋ ਨਾਨਕਾ ਸ਼ੁਭ ਗੁਣਾ ਤੋਂ ਬਿਨਾ ਇਹ ਨਾਨਕ ਕਿਵੇਂ ਇਹਨਾਂ ਨੂੰ ਪਰਮੇਸ਼ਰ ਪਤੀ ਪਰਮੇਸ਼ਰ ਜੋ ਕਰਤ ਮਾਲਕ ਹੈ ਸਾਰੇ ਸੰਸਾਰ ਦਾ, ਉਹਨਾਂ ਦਾ ਮਿਲਾਪ ਹੋਵੇਗਾ। ਸਵਈਆ ਜੋ ਕਹਿੰਦੇ ਸਿਰ ਕੰਬਲ ਗਇਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਐਸੇ ਬਚਨ ਕਹੇ ਤੇ ਜੋ ਸਿਰ ਦੇ ਉੱਪਰ ਉਸ ਔਰਤ ਦੇ ਘੜਾ ਰੱਖਿਆ ਸੀ ਉਹ ਥੱਲੇ ਨਹੀਂ ਉਤਰ ਰਿਹਾ। ਐਸੀ ਕਰਾਮਾਤ ਵਰਤੀ ਹੈ, ਉਹ ਜੋ ਘੜਾ ਹੈ ਉਹ ਸਿਰ ਦੇ ਨਾਲ ਹੀ ਜੁੜਿਆ ਹੈ। ਉਤਰੇ ਨ ਤਰੇ ਨਹੀਂ ਹਾਰ ਉਤਾਰੀ ਬਹੁਤ ਯਤਨ ਕਰਕੇ ਹਾਰ ਚੁੱਕੀ ਹੈ, ਸਿਰ ਤੋਂ ਘੜਾ ਉਤਾਰਨ ਦੀ ਬਾਬਤ, ਪਰ ਉਹ ਘੜਾ ਨਹੀਂ ਉਤਰਦਾ। ਭਇਆ ਭਇਆ ਭਲੀ ਮਰਦਾਨੇ ਤੇ ਜਪੈ ਜਦੋਂ ਫੇਰ ਆਵਾਜ਼ਾਂ ਭਾਈ ਮਰਦਾਨੇ ਨੇ ਮਾਰੀਆਂ ਨੇ, ਕਹੋ ਵਾਹਿਗੁਰੂ ਗੁਰਬਾਣੀ ਉਚਾਰੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਵਾਹਿਗੁਰੂ ਵਾਹਿਗੁਰੂ ਕਹਿ, ਹੋਰ ਆਵਾਜ਼ਾਂ ਨਾ ਕੱਢ, ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਪੁਕਾਰਨਾ ਕਰ। ਜੋ ਮੰਨਦੇ ਕਰ ਤੰਤ ਗਈ ਟੁੱਟ ਜਦੋਂ ਹੀ ਭਾਈ ਮਰਦਾਨੇ ਨੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਕਿਹਾ ਹੈ, ਉਹ ਜੋ ਬੰਧਨਾਂ ਦਾ ਵੱਜਿਆ ਹੋਇਆ ਸੀ, ਜੋ ਤੰਤਰਾਂ ਮੰਤਰਾਂ ਯੰਤਰਾਂ ਦਾ ਧਾਗਾ ਸੀ, ਆਪਣੇ ਆਪ ਟੁੱਟਿਆ ਹੈ। ਪਾਤਨ ਮਾਨਵ ਟਾਮਨਕਾਰੀ ਇਸ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਜੋ ਬੰਧਨਾਂ ਦੇ ਵਿੱਚ ਭਾਈ ਮਰਦਾਨਾ ਜੀ ਵੱਜ ਚੁੱਕੇ ਸਨ,
ਵਾਹਿਗੁਰੂ ਦਾ ਸ਼ਬਦ ਸੁਣਦੇ ਸਾਰ ਸਾਰੇ ਜੰਤਰ ਮੰਤਰ ਤੰਤਰ ਦੂਰ ਦੌੜ ਗਏ ਨੇ। ਲੈ ਰਬਾਬ ਧਰੇ ਨਿਜ ਕੰਧ ਤੇ ਦੌੜ ਕਰਕੇ ਭਾਈ ਮਰਦਾਨਾ ਜੀ ਛੇਤੀ ਦੇ ਨਾਲ ਆਏ ਨੇ ਤੇ ਆ ਕਰਕੇ ਆਪਣੀ ਰਬਾਬ ਚੱਕ ਕੇ ਆਪਣੇ ਮੋਢੇ ਤੇ ਰੱਖੀ ਹੈ। ਆਇਓ ਟੈਸਟ ਲਚਕ ਫਿਰ ਅਘਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸਾਹਮਣੇ ਨੀਵੀਂ ਪਾ ਕੇ ਸ਼ਰਮਸਾਰ ਹੋ ਕਰਕੇ ਖੜਾ ਹੈ। ਕੌਣ ਨਾਰ ਕੇ ਸੀਸ ਪੈ ਕੁੰਭ ਲਗਾ ਫਿਰ ਭਾਈ ਮਰਦਾਨੇ ਨੇ ਵੇਖਿਆ ਹੈ ਕਿ ਇਹੀ ਔਰਤ ਹੈ ਜਿਸ ਨੇ ਮੇਰੇ ਗਲ ਵਿੱਚ ਉਹ ਜੰਤਰਾਂ ਮੰਤਰਾਂ ਤੰਤਰਾਂ ਵਾਲਾ ਧਾਗਾ ਪਾਇਆ ਸੀ। ਹੁਣ ਕੇ ਦੇ ਸਿਰ ਦੇ ਨਾਲ ਜਿਹੜਾ ਪਾਣੀ ਦਾ ਭਰਿਆ ਘੜਾ ਜਿਹੜਾ ਉਹ ਜੁੜ ਚੁੱਕਾ ਹੈ। ਬਿਸਮਾਤ ਭਏ ਲੱਕੈ ਨਰਨਾਰੀ ਤੇ ਆਸੇ ਪਾਸੇ ਦੇ ਲੋਕਾਂ ਦਾ ਗਲੀ ਦੇ ਵਿੱਚ ਇਕੱਠ ਹੋਇਆ ਹੈ। ਸਾਰੇ ਹੀ ਵੇਖ ਕੇ ਹੈਰਾਨ ਹੁੰਦੇ ਨੇ। ਬਹੁ ਕੀ ਪ੍ਰਯਾਸ ਭਏ ਸਭ ਬਾਦ ਤੇ ਬਹੁਤ ਆਸੇ ਪਾਸੇ ਦੇ ਲੋਕਾਂ ਨੇ ਬੜੇ ਉਪਾਅ ਪ੍ਰਯਾਸ ਕੀਤੇ ਨੇ ਘੜਾ ਉਤਾਰਨ ਦੇ, ਪਰ ਸਾਰੇ ਹੀ ਨਾਕਾਮ ਰਹੇ ਨੇ। ਪਖਾਨ ਪਿਤੇ ਨੇ ਬੁੰਦ ਕੇ ਮਾਰੀ ਇਸ ਪ੍ਰਕਾਰ ਜਿਵੇਂ ਪੱਥਰ ਦੇ ਉੱਪਰ ਕਣੀਆਂ ਪੈ ਜਾਣ ਤੇ ਪੱਥਰ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ, ਏਦਾਂ ਸਤਿਗੁਰਾਂ ਦੀ ਜਿਹੜੀ ਅਪਾਰ ਕਿਰਪਾ ਬਖਸ਼ਿਸ਼ ਵਰਤ ਰਹੀ ਹੈ, ਬਰਸਾਤ ਪੈ ਰਹੀ ਹੈ। ਪਰ ਉਹਨਾਂ ਲੋਕਾਂ ਦੇ ਜਿਹੜੇ ਹਿਰਦੇ ਹਨ, ਦਿਲ ਹਨ, ਉਹ ਪੱਥਰਾਂ ਵਰਗੇ ਨੇ, ਸਤਿਗੁਰਾਂ ਦੀ ਕਿਰਪਾ ਨੂੰ ਜਾਣਦੇ ਨਹੀਂ। ਪਰ ਮੰਤਰਨ ਜੰਤਰਨ ਕੋ ਇਸ ਲਗੈ ਪ੍ਰਕਾਰ ਆਪਣੇ ਮੰਤਰਾਂ ਜੰਤਰਾਂ ਤੰਤਰਾਂ ਦੇ ਉੱਪਰ ਵਿਸ਼ਵਾਸ ਕਰਦੇ ਨੇ, ਵਾਰ-ਵਾਰ ਪੜ੍ਹਦੇ ਹਨ। ਕਰ ਤੰਤਰਨ ਕੋ ਸਭੀ ਤੇ ਹਾਰੀ ਸਾਰੇ ਹੀ ਇਦਾਂ ਉਪਾਅ ਕਰ ਕਰਕੇ ਹਾਰ ਚੁੱਕੇ ਨੇ। ਕਾਟੂਟ ਸੋ ਬਾਣ ਉਪਾਇ ਚਲਾਵਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਬਾਬਤ ਬੜੇ ਜੰਤਰਾਂ ਮੰਤਰਾਂ ਤੰਤਰਾਂ ਦੇ ਉਹ ਤੀਰ ਚਲਾਉਂਦੇ ਨੇ। ਖੰਡਤ ਹੋ ਨਾ ਚਲੇ ਉਪਚਾਰੀ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਉੱਪਰ ਕੋਈ ਵੀ ਅਸਰ ਨਹੀਂ ਹੁੰਦਾ, ਸਾਰੇ ਹੀ ਉਹ ਟੂਣਿਆਂ ਦੇ ਤੀਰ ਟੁੱਟ ਰਹੇ ਨੇ। ਕਬੈਤ ਨੂਰ ਸਹਾਮਤੀ ਸਰਦਾਰ ਕਿਸ ਦੇਸ਼ ਮੁਕੀ ਤੇ ਉਸ ਦੇਸ਼ ਦੀ ਜਿਹੜੀ ਮੁਖੀਆ ਹੈ, ਔਰਤ ਹੈ, ਉਸ ਦਾ ਨਾਮ ਨੂਰ ਸ਼ਾਹ ਹੈ। ਭਾਈ ਸੁਖ ਤਾਕੋ ਕਿਨ ਜਾਏ ਕੇ ਬਖਾਨਿਆ ਉਹਨੂੰ ਵੀ ਜਾ ਕੇ ਕਿਸੇ ਨੇ ਖਬਰ ਦਿੱਤੀ ਹੈ ਕਿ ਆਪਣੇ ਨਗਰ ਦੇ ਵਿੱਚ ਤੇਰੇ ਦੇਸ਼ ਅੰਦਰ ਐਸਾ ਵਰਤਾਰਾ ਵਰਤ ਰਿਹਾ ਹੈ। ਜੇਤਵੀ ਫਕੀਰ ਇੱਕ ਆਇਓ ਹੈ ਨਗਰ ਬੀਚ ਇਸ ਨਗਰ ਦੇ ਵਿੱਚ ਇੱਕ ਫਕੀਰ ਪਹੁੰਚਿਆ ਹੈ। ਕਟਾ ਕੀ ਸੀਸ ਪੈ ਲਗਾਇਓ ਸਭ ਜਾਣਿਆ ਉਹਨੇ ਐਸੀ ਕਰਾਮਾਤ ਕੀਤੀ ਹੈ। ਆਪਣੇ ਨਗਰ ਦੇ ਰਹਿਣ ਵਾਲੀ ਇੱਕ ਔਰਤ ਹੈ, ਉਹਦੇ ਸਿਰ ਦੇ ਨਾਲ ਉਸਨੇ ਘੜਾ ਜੋੜ ਦਿੱਤਾ ਹੈ। ਮੰਤਰ ਨ ਜੰਤਰ ਨ ਤੰਤਰ ਚਾਤ ਕੋ ਕੋਈ ਵੀ ਮੰਤਰ ਜੰਤਰ ਤੰਤਰ ਉਹਦੇ ਉੱਪਰ ਚੱਲਦਾ ਨਹੀਂ। ਮਾਰੇ ਪ੍ਰਚਾਰ ਕਰ ਕਾਹੂ ਨਾ ਹਿਲਸਾ ਖਿਲਾਨਿਆ ਤੇ ਘੜਾ ਨੇ ਲੈਣਾ ਤਾਂ ਕੀ ਹੈ, ਘੜਾ ਤਾਂ ਰੱਤੀ ਪਰ ਹਿਲਦਾ ਵੀ ਨਹੀਂ। ਬਹੁਤੇ ਅਸੀਂ ਉਪਚਾਰ ਕਰ ਵੇਖੇ ਨੇ। ਜੈਸੇ ਸਿਆਰ ਸ਼ੇਰ ਕੋ ਕਪੀਲ ਕਾ ਤੁਮੇਰ ਕੋ ਇਸ ਪ੍ਰਕਾਰ ਜਿਵੇਂ ਗਿੱਦੜ ਮਨ ਦੇ ਅੰਦਰ ਸੋਚੇ ਕਿ ਮੈਂ ਸ਼ੇਰ ਦਾ ਸ਼ਿਕਾਰ ਕਰਨਾ ਹੈ, ਜਿਵੇਂ ਕੀੜੀ ਮਨ ਹੀ ਮਨ ਵਿੱਚ ਇਹ ਸੋਚੇ ਕਿ ਮੈਂ ਸ਼ੇਰ ਪਹਾੜ ਹਿਲਾ ਦੇਣਾ ਹੈ। ਉਪਾਇ ਤਿਸ ਸਾਮੂਹੇ ਸੋ ਐਸੀ ਵਿਦ ਖਾਨਿਆ ਇਹਨਾਂ ਸਾਡੇ ਵੱਲੋਂ ਛੱਡੇ ਗਏ ਜੰਤਰ ਮੰਤਰ ਤੰਤਰ ਕੀਤੇ ਗਏ ਉਪਾਅ ਉਸ ਫਕੀਰ ਅੰਦਰ ਏਦਾਂ ਹੀ ਉਸ ਫਕੀਰ ਅੱਗੇ ਏਦਾਂ ਢੇਰੀ ਹੋ ਰਹੇ ਨੇ, ਨਾਕਾਮ ਹੋ ਰਹੇ ਨੇ। ਜਿਵੇਂ ਗਿੱਦੜ ਸ਼ੇਰ ਦੇ ਸ਼ਿਕਾਰ ਬਾਰੇ ਸੋਚੇ, ਜਿਵੇਂ ਕੀੜੀ ਪਹਾੜ ਹਿਲਾਉਣ ਬਾਰੇ ਸੋਚੇ ਨਾ, ਏਦਾਂ ਹੀ ਸਾਡੇ ਜਿਹੜੇ ਸਾਰੇ ਜੰਤਰ ਮੰਤਰ ਤੰਤਰ ਉਸ ਦੇ ਅੱਗੇ ਨਾਕਾਮ ਹੁੰਦੇ ਨੇ। ਸੁਣੀ ਜਬ ਰੂਸੀ ਤਬ ਤਿਆ ਟੈਕ ਜੋ ਸਭ ਏਦਾਂ ਸੁਣ ਕਰਕੇ ਜਿਹੜੀ ਮੁਖੀਆ ਹੈ, ਉਸ ਨਗਰ ਦੀ ਔਰਤ ਨੂਰ ਸ਼ਾਹ ਬੜੇ ਗੁੱਸੇ ਵਿੱਚ ਆਈ ਹੈ ਤੇ ਆਸੇ ਪਾਸੇ ਦੀਆਂ ਜੋ ਬੜੀਆਂ ਜਾਦੂ ਕਰਨੀਆਂ ਔਰਤਾਂ ਕੋਲ ਬੁਲਾਈਆਂ ਨੇ। ਸਭ ਕਾਮਨ ਕੀ ਬੈਦ ਮੈਂ ਸੁਜਾਨ ਜੀਉ ਜਾਣਿਆ ਜਿਹੜੀ ਸਾਰਿਆਂ ਦੇ ਨਾਲੋਂ ਵੱਧ ਇੱਕ ਤੋਂ ਇੱਕ ਚੜ੍ਹਦੇ ਟੂਣੇ ਕਰਨ ਵਾਲੀ ਔਰਤ ਸਾਰੀਆਂ ਕੋਲ ਸੱਦੀਆਂ ਨੇ। ਭੇਜੀ ਤਕ ਕਾਲ ਜਹਾਂ ਕੁੰਭ ਸੀਸ ਬਾਲ ਲਗੇ ਛੇਤੀ ਦੇ ਨਾਲ ਸਮਝਾ ਕਰਕੇ ਉਹਨਾਂ ਔਰਤਾਂ ਨੂੰ ਉੱਥੇ ਭੇਜਿਆ ਹੈ ਜਿੱਥੇ ਔਰਤ ਦੇ ਸਿਰ ਦੇ ਨਾਲ ਘੜਾ ਜੁੜਿਆ ਹੈ ਕਿ ਜਾ ਕਰਕੇ ਤੁਸੀਂ ਆਪਣੀ ਸ਼ਕਤੀ ਜਾਦੂ ਨਾਲ ਉਤਾਰਨਾ ਕਰੋ ਜੀ। ਧਾਰਤ ਵਿਸਾਲਮਾਨ ਧਾਰੀ ਕਹਿ ਖਾਨਿਆ ਇਹਨਾਂ ਸੁਣ ਕਰਕੇ ਛੇਤੀ ਦੇ ਨਾਲ ਔਰਤਾਂ ਉਸ ਰਸਤੇ ਚੱਲੀਆਂ ਨੇ।
ਢੋਲਕ ਬਜਾਏ ਕੋ ਕੰਧ ਕੋ ਬਜਾਏ ਚਲੀ ਐਸੀਆਂ ਜਾਦੂ ਕਰਨੀਆਂ ਨੇ ਜੋ ਕੰਧ ਦੇ ਉੱਪਰ ਬੈਠੀ ਹੈ ਉਸ ਨੇ ਕੰਧ ਵਜਾ ਲਈ ਹੈ, ਕੋਈ ਢੋਲ ਵਜਾ ਰਹੀ ਹੈ। ਕੋ ਨਿਜ ਬਦਨ ਤੇ ਅਗਨ ਬਮਾਨਿਆ ਕੋਈ ਆਪਣੇ ਮੁਖ ਦੇ ਰਾਹੀਂ ਅੱਗ ਨੂੰ ਕੱਢ ਰਹੀ ਹੈ, ਐਸਾ ਜਾਦੂ ਹੈ। ਜੜ ਹੈ ਬਿਟਪ ਕੋ ਮ੍ਰਿਗਸ਼ਾਲਾ ਪਰ ਕੋਈ ਮਿਰਗਸ਼ਾਲਾ ਉੱਪਰ ਬੈਠ ਕਰਕੇ ਅਸਮਾਨ ਵਿੱਚ ਉੱਡੀ ਹੈ ਤੇ ਕੋਈ ਰੁੱਖ ਦੇ ਉੱਪਰ ਚੜ੍ਹ ਕਰਕੇ ਰੁੱਖ ਨੂੰ ਲੈ ਕਰਕੇ ਤੁਰ ਪਈ ਹੈ। ਕੋ ਪੇਟ ਮੰਤਰਨ ਕੀ ਦੇਨੇ ਹੇਤ ਆਨਿਆ ਇਸ ਪ੍ਰਕਾਰ ਮੰਤਰਾਂ ਜੰਤਰਾਂ ਤੰਤਰਾਂ ਨੂੰ ਲੈ ਕਰਕੇ ਔਰਤਾਂ ਜਿੱਥੇ ਗੁਰੂ ਨਾਨਕ ਦੇਵ ਜੀ ਬਿਰਾਜੇ ਨੇ ਉੱਥੇ ਚੱਲੀਆਂ ਨੇ। ਲਿਖਮਾਰੀ ਜੰਤਰਨ ਸਭੈ ਸਾਰੀਆਂ ਨੇ ਜਾ ਕਰਕੇ ਉੱਥੇ ਜਿਹੜੇ ਜੰਤਰ ਮੰਤਰ ਤੰਤਰ ਹਨ ਆਪਣੇ ਪੜ੍ਹਨੇ ਕੀਤੇ ਨੇ, ਲਿਖਣੇ ਕੀਤੇ ਨੇ। ਮੰਤਰਨ ਪੜ੍ਹਤ ਵਿਸਾਲ ਬੜੇ ਵੱਡੇ ਵੱਡੇ ਮੰਤਰ ਉਹ ਪੜ੍ਹ ਰਹੀਆਂ ਨੇ। ਘਟਾ ਨਾ ਡੋਲਿਓ ਕਿਸੂ ਤੇ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਐਸੀ ਕਰਾਮਾਤ ਹੈ, ਉਹ ਘੜਾ ਰਤੀ ਪਰ ਵੀ ਕਿਸੇ ਤੋਂ ਡੋਲਿਆ ਨਹੀਂ। ਔਰ ਅਜਰਜ ਸੁਖਪਾਲ ਵੇਖ ਵੇਖ ਕੇ ਐਸੀ ਵਿਸ਼ਾਲ ਸ਼ਕਤੀ ਨੂੰ ਹੈਰਾਨ ਹੁੰਦੀਆਂ ਨੇ। ਸੋਰਠਾ ਨੂਰ ਸਾਹ ਕੇ ਪਾਸ ਪਹੁੰਚਾ ਕੁਝ ਔਰਤਾਂ ਵਾਪਸ ਮੁੜੀਆਂ ਨੇ, ਜੋ ਮੁਖੀਆ ਨੂਰ ਸ਼ਾਹ ਹੈ ਉਹਦੇ ਕੋਲ ਗਈਆਂ ਨੇ। ਸੋਤ ਦੀਨੀ ਜਾਏ ਜਾ ਕੇ ਦੱਸਣਾ ਕੀਤਾ ਹੈ ਕਿ ਇਹ ਮੁਖੀਆ ਨੂਰ ਸ਼ਾਹ ਅਸੀਂ ਜਾ ਕਰਕੇ ਆਪਣਾ ਸਾਰਾ ਜ਼ੋਰ ਬੜੇ ਜੰਤਰ ਮੰਤਰ ਤੰਤਰ ਵਰਤ ਲਏ ਨੇ, ਪਰ ਉਹ ਘੜੇ ਨੇ ਥੱਲੇ ਤੱਕ ਹੀ ਉਤਰਨਾ ਹੈ, ਉਹ ਤਾਂ ਰਤੀ ਪਰ ਹਿੱਲਿਆ ਵੀ ਨਹੀਂ। ਹਾਈ ਕਰਤ ਪ੍ਰਯਾਸ ਸਾਰੀਆਂ ਹੀ ਜਿਨ੍ਹਾਂ ਨੂੰ ਤੂੰ ਘੱਲਿਆ ਸੀ ਪ੍ਰਯਾਸ ਕਰਦੀਆਂ ਕਰਦੀਆਂ ਹਾਰ ਗਈਆਂ ਨੇ। ਬਾਲਣਾ ਚੱਲੇ ਇੱਕ ਕੁੰਭ ਪਰ ਇੱਕ ਘੜੇ ਦੇ ਉੱਪਰ ਵੀ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸ ਪ੍ਰਕਾਰ ਸੁਣਿਆ ਹੈ ਜਦੋਂ ਨੂਰ ਸ਼ਾਹ ਨੇ ਆਪਣੇ ਕੰਨਾਂ ਦੇ ਰਾਹੀਂ ਤੇ ਸੁਣ ਕਰਕੇ ਬੜਾ ਗੁੱਸੇ ਵਿੱਚ ਆਈ ਹੈ ਤੇ ਸਾਰਿਆਂ ਨੂੰ ਧੀਰਜ ਦਿੱਤਾ ਹੈ। ਮੰਤਰ ਜੰਤਰ ਲਖਲੀਨ ਚਲੀ ਆਪ ਧਾਏ ਕੈ ਆਪਣੇ ਸਾਰੇ ਜਿਹੜੇ ਮੰਤਰ ਜੰਤਰ ਤੰਤਰ ਹਨ ਇਕੱਠੇ ਕੀਤੇ ਨੇ ਤੇ ਆਪ ਦੌੜ ਕੇ ਉੱਥੇ ਚੱਲੀ ਹੈ। ਕੈਸੋ ਹੈ ਫਕੀਰ ਜਾਏ ਦੇਖੋ ਤਹ ਤੀਰ ਕਹਿਣ ਲੱਗੀ ਮੈਂ ਜਾ ਕੇ ਉਹਦੇ ਨਜ਼ਦੀਕ ਵੇਖਦੀ ਹਾਂ ਐਸਾ ਕਿਹੜਾ ਬਲੀ ਪੀਰ ਆਇਆ ਹੈ। ਕੇਤੋ ਚੇਤੀ ਗਹੀਰ ਆਪ ਜੀਤੋਂ ਕੀ ਬਣਾਏ ਕੈ ਤੇ ਮੈਂ ਜਾ ਕੇ ਉਹ ਘੜਾ ਉਤਾਰਾਂਗੀ, ਤੁਸੀਂ ਵੇਖਦੇ ਰਹਿਓ। ਆਣ ਬੜੇ ਮੰਤਰ ਨੇ ਸ਼ਮਾਏ ਲੱਗ ਜੰਤਰ ਸੋ ਬੜੇ ਮੰਤਰ ਆ ਕਰਕੇ ਪੜ੍ਹਨੇ ਕੀਤੇ ਨੇ, ਬੜੇ ਜੰਤਰ ਤੰਤਰ ਆ ਕਰਕੇ ਘੜੇ ਦੇ ਨਾਲ ਸੁਹਾਏ ਨੇ। ਗਰੀਬ ਬਾਤ ਤੰਤਰਨ ਕੋ ਢੋਲਕੀ ਬਜਾਏ ਕੈ ਤੇ ਵੇਖ ਵੇਖ ਕੇ ਘੜੇ ਵੱਲ ਨਾਲੇ ਮੰਤਰ ਪੜ੍ਹਦੀ ਹੈ ਨਾਲੇ ਢੋਲਕ ਵਜਾਉਂਦੀ ਹੈ। ਦਾਮਨ ਬਣਾਏ ਕੋ ਕੂਟ ਕੋਟ ਲਾਏ ਦੇਤ ਬੜੇ ਟੂਣੇ ਕਰਨੇ ਕੀਤੇ ਨੇ ਕਿ ਘੜਾ ਰਤੀ ਪਰ ਵੀ ਡੋਲ ਜਾਵੇ। ਐਸੇ ਸਭ ਕੀਨ ਘਟਾ ਸਕੀਨਾ ਡੁਲਾਏ ਕੈ ਬਹੁਤਾ ਆਪਣਾ ਜ਼ੋਰ ਲਾ ਲਿਆ ਹੈ, ਸਾਰੀ ਪਰਖ ਕਰ ਲਈ ਹੈ ਜੰਤਰਾਂ ਮੰਤਰਾਂ ਤੰਤਰਾਂ ਦੀ, ਪਰ ਰਤੀ ਪਰ ਜਿਹੜਾ ਘੜਾ ਨਹੀਂ ਹਿੱਲਿਆ। ਪਾਪਕ ਸੇ ਉਪਚਾਰ ਕੇ ਘਟ ਲਾਗਨ ਇਸ ਪ੍ਰਕਾਰ ਬੜੇ ਉਪਚਾਰ ਉਸ ਨੇ ਕਰਕੇ ਵੇਖੇ ਨੇ। ਸੀਸ ਭਇਓ ਜਲ ਨਿਆਈ ਤੇ ਜਿਹੜਾ ਜਲ ਹੈ ਨਾ ਉਹਨੇ ਆਪਣੇ ਮੁਖੋਂ ਅੱਗ ਵੀ ਕੱਢ ਕੱਢ ਕੇ ਵੇਖੀ ਹੈ, ਪਰ ਜਿਹੜਾ ਘੜੇ ਦੇ ਅੰਦਰ ਜਲ ਹੈ ਐਨ ਬਰਫ ਵਰਗਾ ਠੰਡਾ ਹੈ, ਰਤੀ ਪਰ ਗਰਮ ਨਹੀਂ ਹੋਇਆ। ਤੇਗ ਨਾ ਜੋਰ ਚਲਿਓ ਤਹ ਉੱਪਰ ਇੱਕ ਵੀ ਜ਼ੋਰ ਘੜੇ ਦੇ ਉੱਪਰ ਨਹੀਂ ਚੱਲਿਆ। ਹਾਰ ਰਹੀ ਕਰ ਟੋਕ ਉਪਾਈ ਬੜੇ ਟੂਣੇ ਟਾਮਣ ਕਰਕੇ ਵੇਖੇ ਨੇ, ਅਖੀਰ ਹਾਰ ਬੈਠੀ ਹੈ। ਕੀਆ ਭਾਈ ਦੁਖ ਮੈਂ ਅਤ ਆਪੁਰ ਇਸ ਪ੍ਰਕਾਰ ਜਿਹੜੀ ਔਰਤ ਹੈ ਨਾ ਉਹ ਜਿਸ ਦੇ ਸਿਰ ਉੱਪਰ ਘੜਾ ਹੈ, ਬਹੁਤਾ ਹੀ ਘੜੇ ਦਾ ਭਾਰ ਵੱਧਦਾ ਜਾਂਦਾ ਹੈ, ਬਹੁਤ ਹੀ ਦੁਖੀ ਹੋਈ ਹੈ। ਸੀਸ ਪੇ ਕੌਂਕ ਧਰੇ ਅਪਲਾਈ ਤੇ ਸਿਰ ਦੇ ਉੱਪਰ ਜਿਹੜਾ ਕੁੰਭ ਭਾਵ ਘੜਾ ਹੈ ਉਹ ਵੱਧ ਤੋਂ ਵੱਧ ਉਹਦਾ ਭਾਰ ਵੱਧਦਾ ਜਾਂਦਾ ਹੈ। ਹਾਏ ਮੋਹਰ ਮੂੰਹ ਬਾਤ ਆਨਨ ਹਾਏ ਹਾਏ ਦੀਆਂ ਆਵਾਜ਼ਾਂ ਕਰਕੇ ਰੋਣ ਲੱਗੀ ਹੈ, ਬਹੁਤਾ ਦੁਖੀ ਹੋਈ ਹੈ। ਮੋਹ ਸੰਗ ਕਿਆ ਜਗਦੀਸ਼ ਬਣਾਈ ਕਿ ਮੇਰੇ ਨਾਲ ਇਹ ਕੀ ਵਰਤਾਰਾ ਵਰਤਿਆ ਹੈ। ਭਾਈ ਮਨ ਚੀਨ ਲਈ ਮਹਿਮਾਨ ਤੇ
ਬਹੁਤ ਹੀ ਦੀਨ ਨਿਮਰਤਾ ਦੇ ਵਿੱਚ ਆ ਕਰਕੇ ਗੁਰੂ ਨਾਨਕ ਦੀ ਜਿਹੜੀ ਮਹਿਮਾ ਸ਼ਕਤੀ ਜਾਣ ਲਈ ਹੈ ਜੋ ਨਹੀਂ ਗੁਰ ਕੀ ਸੁਖਕਾਰੀ ਤੇ ਜਾਣ ਚੁੱਕੀ ਹੈ ਕਿ ਹੁਣ ਇਹ ਜਿਹੜਾ ਗੁਰੂ ਪਾਤਸ਼ਾਹ ਆਇਆ ਹੈ ਇਹੀ ਮੈਨੂੰ ਸੁਖ ਬਖਸ਼ ਸਕਦਾ ਹੈ। ਮੇਰੀਆਂ ਨਾਲ ਦੀਆਂ ਔਰਤਾਂ ਦੇ ਜਿਹੜੇ ਜੰਤਰ ਮੰਤਰ ਤੰਤਰ ਸਾਰੇ ਹੀ ਫੇਲ ਹੋ ਚੁੱਕੇ ਨੇ। ਪਾਪ ਦਈ ਅਵਗਿਆ ਸੋ ਭਾਈ ਅਖੀਰ ਦੇ ਵਿੱਚ ਜਿਹੜਾ ਕੀਤੀ ਹੋਈ ਗਲਤੀ ਕੀਤਾ ਗੁਨਾਹ ਕਬੂਲ ਕੀਤਾ ਹੈ ਉੱਚੀ ਬੋਲ ਕੇ ਕਹਿਣ ਲੱਗੀ ਹੈ ਸਾਰੀਆਂ ਹੀ ਸੁਣਨਾ ਕਰੋ। ਤੁਹਾਡੇ ਜੰਤਰ ਮੰਤਰ ਤੰਤਰ ਤਾਂ ਹੀ ਸ਼ਕਤੀ ਨਹੀਂ ਦਿਖਾਉਂਦੇ ਤਾਂ ਹੀ ਸਾਰੇ ਫੇਲ ਨੇ ਕਿਉਂਕਿ ਜਿਹੜਾ ਇਹ ਫਕੀਰ ਸਾਹਮਣੇ ਖੜਾ ਹੈ ਨਾ ਮੈਂ ਇਹਦੀ ਨਰਾਦਰੀ ਕੀਤੀ ਹੈ ਇਹਨੂੰ ਝੂਠ ਬੋਲਿਆ ਸੀ। ਸੁਣ ਕਾਨ ਲਈ ਸਰਦਾਰ ਮਨਾਰੀ ਸਰਦਾਰ ਜਿਹੜੀ ਸਾਰਿਆਂ ਦੀ ਸਰਦਾਰ ਔਰਤ ਹੈ ਨੂਰ ਸ਼ਾਹ ਉਹਨੇ ਕੰਨੀ ਸੁਣਿਆ ਹੈ ਪੂਰਨ ਜਾਵੋ ਪੂਰਨ ਸੰਤ ਪੈ ਤੇ ਕਹਿਣ ਲੱਗੀ ਹੈ ਛੇਤੀ ਦੇ ਨਾਲ ਦੌੜ ਕੇ ਇਸ ਮਹਾਂਪੁਰਖ ਦੇ ਕੋਲ ਜਾਵੋ ਚੂਰਨ ਤਾਂ ਕਰਨਾ ਬਲਿਹਾਰੀ ਜਿਹੜੀ ਇਹਨਾਂ ਦੇ ਚਰਨਾਂ ਦੀ ਮਿੱਟੀ ਹੈ ਉਹ ਚੁੱਕਣਾ ਕਰੋ। ਮੈਂ ਅਪਰਾਧ ਕਿਉ ਇਹ ਸਾਧ ਕੋ ਮੈਂ ਇਹ ਅਪਰਾਧ ਕੀਤਾ ਹੈ ਗੁਨਾਹ ਕੀਤਾ ਹੈ ਇਹਨਾਂ ਦੇ ਨਾਲ ਛਲ ਧੋਖਾ ਕਰਨਾ ਚਾਹੁੰਦੀ ਸੀ। ਇਹਨਾਂ ਦੇ ਚਰਨਾਂ ਦੀ ਧੂੜ ਚੱਕ ਕੇ ਮੇਰੇ ਸਿਰ ਨੂੰ ਲਾਵੋ ਫਿਰ ਇਹ ਘੜਾ ਉਤਰੇਗਾ ਫਿਰ ਬਲਿਹਾਰ ਜਾਵਾਂਗੇ। ਲਿਹੋ ਅਰਾਧ ਮਿਟੇ ਦੁਖ ਭਾਰੀ ਇਹਨਾਂ ਦੀ ਆਰਾਧਨਾ ਕਰਨਾ ਕਰੋ ਪੂਜਾ ਕਰਨਾ ਕਰੋ ਤਾਂ ਹੀ ਇਹ ਭਾਰੀ ਦੁੱਖ ਜਿਹੜਾ ਨਾਸ਼ ਹੋਵੇਗਾ। ਨੂਰ ਸਾਹਾਂ ਤੇ ਕੀਸੋ ਇਸ ਪ੍ਰਕਾਰ ਜਿਹੜੀ ਸਰਦਾਰ ਔਰਤ ਨੂਰ ਸ਼ਾਹ ਹੈ ਉਹ ਕਹਿਣ ਲੱਗੀ ਹੈ ਔਰ ਅੰਕਨਾ ਪਹੁੰਚ ਕਿ ਛੇਤੀ ਦੇ ਨਾਲ ਜਿਹੜੀਆਂ ਹੋਰ ਔਰਤਾਂ ਨੇ ਗਈ ਕਹਾਂ ਮਿਲ ਕੇ ਸਭੇ ਸਾਰਿਆਂ ਨੂੰ ਮਿਲ ਕਰਕੇ ਹੁਣ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਉਹਨਾਂ ਨੂੰ ਜੰਤਰ ਮੰਤਰ ਤੰਤਰਾਂ ਦਾ ਉਪਾਮ ਕਰਦਿਆਂ ਵੇਖ ਕੇ ਉਤੋਂ ਚਲੇ ਗਏ ਸਨ ਮਹਾਰਾਜ ਹੱਸਦੇ ਹੱਸਦੇ। ਹੁਣ ਸਾਰੀਆਂ ਔਰਤਾਂ ਇਕੱਠੀਆਂ ਹੋ ਕਰਕੇ ਉਸ ਨੂਰ ਸ਼ਾਹ ਦੇ ਨਾਲ ਚੱਲੀਆਂ ਨੇ। ਕਮਲ ਸ਼੍ਰੀ ਦੇ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਬਿਰਾਜੇ ਨੇ। ਇਸ ਪ੍ਰਕਾਰ ਆ ਕਰਕੇ ਸਾਰੀਆਂ ਨੇ ਹੀ ਬੰਦਨਾ ਨਮਸਕਾਰ ਕੀਤੇ ਹੈ। ਚੰਦਰ ਦੇ ਵਰਗਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਮੁਖ ਪ੍ਰਕਾਸ਼ ਕਰ ਰਿਹਾ ਹੈ। ਸਾਰੀਆਂ ਹੀ ਨੇੜ ਆ ਕੇ ਬੈਠੀਆਂ ਨੇ। ਇਸ ਪ੍ਰਕਾਰ ਉਹਨਾਂ ਨੂੰ ਆਇਆਂ ਨੂੰ ਵੇਖ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਵਿੱਤਰ ਮੁਖ ਤੋਂ ਬੋਲੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸੂਹੀ ਰਾਗ ਦੇ ਅੰਦਰ ਐਸਾ ਸ਼ਬਦ ਉਥੇ ਪ੍ਰਕਾਸ਼ ਪ੍ਰਗਟ ਕੀਤਾ ਹੈ ਜਿਸ ਸ਼ਬਦ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਸਮਝਾਉਣਾ ਕਰਨਗੇ ਉਹਨਾਂ ਨੂੰ ਉਪਦੇਸ਼ ਦੇਣਗੇ ਉਹਨਾਂ ਦੇ ਜੀਵਨ ਵਿੱਚ ਕੀਤੀਆਂ ਭੁੱਲਾਂ ਤੋਂ ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਨੂੰ ਭਗਤੀ ਦੇ ਰਸਤੇ ਸੱਚ ਦੇ ਮਾਰਗ ਉੱਪਰ ਤੋਰਨਗੇ। ਮਹਾਰਾਜ ਕੀ ਉਪਦੇਸ਼ ਦੇਣਗੇ ਕੱਲ ਦੀਆਂ ਕਥਾ ਵਿਚਾਰਾਂ ਵਿੱਚ ਸਰਵਣ ਕਰਾਂਗੇ ਜੀ। ਅੱਜ ਦੀ ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਦਾ ਸ਼ਬਦ ਗੁਰੂ ਦਾ ਇਤਿਹਾਸ ਆਪਣੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਗਾਈਆਂ। ਰਾਗ ਰਤਨ ਪਰਵਾਰ ਭਰਿਆ ਸ਼ਬਦ ਗਾਵਣ ਆਇਆ ਸ਼ਬਦ ਦਾ ਗਾਵਾ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਪ ਸੁਆਮੀ ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤੇਰਾ ਸਭ ਕੁਛ ਹੈ ਜਿਸ ਤੇਰੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੀਰੀ। ਕਹੈ ਨਾਨਕ
ਸੱਚੇ ਸਾਹਿਬ ਕਿਆ ਨਾਹੀ ਕਰਨੀ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਸ ਦੀਆ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸਤ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਾਏ ਸਭ ਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਭ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਤਿਸ ਰਾਤ ਦੋਇ ਤਾਈ ਗਾਇਆ, ਖੇਲੇ ਸਕਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ, ਕਰਮੀ ਆਪੋ ਆਪਣੀ। ਕੇ ਏੜ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ